गुरु जी दी साजी निवाजी गुरु रूप गुरु प्यारी खालसा साध संगत जी। वाहिगुरु जी का खालसा वाहिगुरु जी की फतेह। सतगुरां दी बाणी तो ज्ञान लैके असी सब ये समझ चुके हाँ कि सतगुरां ने एक खेल बना के ये संसार ते ਇਹ ਮਾਇਆ ਦੇ ਦੇਸ਼ ਤੇ ਸਾਡੇ ਮਨ ਬੱਚੇ ਨੂੰ ਖੇਡਣ ਵਾਸਤੇ ਭੇਜਿਆ। ਸਾਡੇ ਬੜੇ ਹੀ ਵੱਡੇ ਭਾਗ ਹਨ ਕਿ ਇਹ ਸਾਰਾ ਖੇਡ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਵਿੱਚ ਦਰਜ ਹੈ, ਸਮਝਾਇਆ ਗਿਆ ਹੈ। ਸਾਨੂੰ ਸਾਡੇ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਸੇਵਾ ਸਿੰਘ ਧਰਮਾਲਾ ਜੀਆਂ ਨੇ ਹੋਰ ਵੀ ਸਰਲ ਅਰਥਾਂ ਦੇ ਵਿੱਚ ਸਮਝਾ ਦਿੱਤਾ। ਤੇ ਪਾਤਸ਼ਾਹ ਸਮਝਾਉਣਾ ਕਰਦੇ ਹਨ ਕਿ ਇਹ ਜਿਹੜਾ ਦਿਨ ਦਾ ਤੇ ਰਾਤ ਦਾ ਖੇਡ ਹੈ, ਇਹ ਸਾਰਾ ਸੰਸਾਰ ਹੀ ਖੇਲ ਰਿਹਾ, ਚਾਹੇ ਉਹ ਕਿਸੇ ਵੀ ਜੂਨ ਦੇ ਵਿੱਚ ਆਇਆ ਹੈ, ਕਿਸੇ ਵੀ ਆਕਾਰ ਦੇ ਵਿੱਚ ਆਇਆ ਹੈ। ਪਾਤਸ਼ਾਹ ਸਮਝਾਉਣਾ ਕਰਦੇ ਹਨ, ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ। ਹੁਣ ਇਹ ਖੇਲ ਦਾ ਜਿਹੜਾ ਹੈ ਸਾਨੂੰ ਗਿਆਨ ਨਹੀਂ ਹੈ ਕਿ ਅਸੀਂ ਦਿਨੇ ਇਹ ਮਾਇਆ ਦੇ ਦੇਸ਼ ਦੇ ਵਿੱਚ ਇਹ ਸੰਸਾਰ ਦੇ ਵਿੱਚ ਆ ਜਾਂਦੇ ਆ ਤੇ ਰਾਤ ਨੂੰ ਇਹ ਦੇਸ਼ ਛੱਡ ਕੇ ਆਪਣਾ ਜੋ ਅਸਲੀ ਘਰ ਹੈ, ਜੋ ਸਾਡੇ ਪਿਤਾ ਦਾ ਘਰ ਹੈ, ਉੱਥੇ ਆਪਾਂ ਜਾਂਦੇ ਆ। ਪਰ ਗਿਆਨ ਨਾ ਹੋਣ ਦੇ ਕਰਕੇ ਅਸੀਂ ਵਿਚਾਰਾਂ ਦੇ ਵਿੱਚ ਹੀ ਘੁੰਮਦੇ ਹਾਂ, ਸਾਰਾ ਦਿਨ ਕਾਲ ਦੀ ਵੰਗਾਰ ਕਰਦੇ ਹਾਂ। ਇਹ ਤਨ ਦੇ ਨਾਲ ਆਪਾਂ ਕਰਮ ਕਰਦੇ ਹਾਂ ਤੇ ਰਾਤ ਨੂੰ ਨਾ ਹੀ ਸਾਨੂੰ ਦੇਹ ਛੱਡਣ ਦਾ ਪਤਾ ਚੱਲਦਾ ਹੈ। ਜਦੋਂ ਰਾਤ ਨੂੰ ਸੌਂ ਜਾਂਦੇ ਹਾਂ ਤੇ ਸਰੀਰ ਦੇ ਵਿੱਚ ਆਪਣੇ ਆਪ ਵੱਖ ਨਾ ਹੋਣ ਕਰਕੇ ਅਸੀਂ ਬਾਰ-ਬਾਰ ਤਰਲੋਕੀ ਦਾ ਸੁਪਨਾ ਦੇਖਦੇ ਹਾਂ, ਵਿਚਾਰਾਂ ਵਿੱਚ ਘੁੰਮਦੇ ਹਾਂ ਤੇ ਹੌਲੀ-ਹੌਲੀ ਕਰਕੇ ਸਵਾਸ ਖਤਮ ਹੋਣ ਤੱਕ ਸਾਡੇ ਤੋਂ ਇਹ ਖੇਲ ਜਿਹੜਾ ਹੈ ਉਹ ਜਿੱਤਿਆ ਨਹੀਂ ਜਾਂਦਾ, ਕਿਉਂਕਿ ਅਸੀਂ ਆਪਣੀ ਮੱਤ ਜਿਹੜੀ ਉਹ ਵਰਤ ਰਹੇ ਹੁੰਦੇ ਹਾਂ ਤੇ ਗੁਰੂ ਦੀ ਮੱਤ ਦੇ ਅਨੁਸਾਰ ਨਹੀਂ ਚੱਲ ਰਹੇ। ਹੁਣ ਪਾਤਸ਼ਾਹ ਸਮਝਾਉਂਦੇ ਹਨ, ਕਹਿੰਦੇ ਜਿਹੜੇ ਮਨ ਬੱਚੇ ਨੇ ਇਹ ਖੇਡ ਖੇਡਣਾ ਏ, ਉਹ ਮਨ ਇਹਨਾਂ ਤ੍ਰੈ ਗੁਣਾਂ ਦੇ ਵਿੱਚ ਆ ਕੇ ਸੌਂ ਗਿਆ। ਗੁਰਬਾਣੀ ਦੇ ਅਨੁਸਾਰ ਇੱਕ ਜਾਂ ਦੋ ਜੀਵ ਨਹੀਂ, ਪੂਰੇ ਦਾ ਪੂਰਾ ਸੰਸਾਰ ਹੀ ਇਹ ਤ੍ਰੈ ਗੁਣਾਂ ਦੀ ਨੀਂਦ ਦੇ ਵਿੱਚ ਸੁੱਤਾ ਏ। ਮਹਾਰਾਜ ਸਮਝਾਉਣਾ ਕਰਦੇ ਨੇ, ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆ ਰਹਿਣ ਵਿਹਾਨੀ। ਕਿ ਜਿਹੜੀ ਜ਼ਿੰਦਗੀ ਰੂਪੀ ਰਾਤ ਏ, ਇਹ ਸੁੱਤਿਆਂ ਹੀ ਇਸ ਮਨ ਬੱਚੇ ਦੀ ਲੰਘ ਗਈ। ਤੇ ਜਿਹੜੇ ਫਿਰ ਗੁਰਮੁਖ ਜਨ ਗੁਰਬਾਣੀ ਗੁਰੂ ਦਾ ਆਸਰਾ ਲੈਂਦੇ ਨੇ, ਗੁਰੂ ਦੀ ਸ਼ਰਨ 'ਚ ਜਾਂਦੇ ਨੇ, ਉਹ ਆਪਣੇ ਮਨ ਨੂੰ ਜਗਾ ਲੈਂਦੇ ਨੇ। ਤੇ ਮਹਾਰਾਜ ਸਮਝਾਉਣਾ ਕਰਦੇ, ਕਹਿੰਦੇ ਮਨ ਨੂੰ ਜਦੋਂ ਅਸੀਂ ਸਿਮਰਨ ਕਰਦੇ ਆਂ ਤੇ ਇਹ ਆਪਣਾ ਮਨ ਜਿਹੜਾ ਇਹ ਸੁੱਤਾ ਇਹ ਜਾਗ ਜਾਂਦਾ ਹੈ। ਸਾਨੂੰ ਸਮਝਾਉਣਾ ਕਰਦੇ ਹਨ, ਸਿਮਰ 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 ਗੁਰੇ ਆਪਣਾ, ਸੋਇਆ ਮਨ ਜਗਾਈ। ਸੋ ਆਓ ਅਸੀਂ ਵੀ ਗੁਰਬਾਣੀ ਗੁਰੂ ਦੇ ਅਨੁਸਾਰ ਇਹ ਮਨ ਨੂੰ ਜਿਹੜਾ ਹੈ ਉਹ ਜਗਾਉਣਾ ਹੈ ਤੇ ਸਿਮਰਨ ਅਭਿਆਸ ਕਰੀਏ। ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਸਮਝਾਇਆ ਗਿਆ ਹੈ ਕਿ ਇਹ ਜਿਹੜਾ ਤ੍ਰੈ ਗੁਣ ਹੈ, ਜਿੱਦਾਂ ਖੇਲ ਮਾਲਕ ਨੇ ਆਪ ਰਚਾਇਆ ਤੇ ਇਹ ਤ੍ਰੈ ਗੁਣ ਵੀ ਮਾਲਕ ਨੇ ਆਪ ਹੀ ਸਿਰਜੇ। ਪਾਤਸ਼ਾਹ ਸਮਝਾਉਂਦੇ ਹਨ, ਆਪੇ ਆਪ ਨਿਰੰਜਨਾ ਜਿਨ ਆਪ ਉਪਾਇਆ, ਆਪੇ ਖੇਲ ਰਚਾਇਓਨ ਸਭ ਜਗਤ ਸਭਾਇਆ, ਤ੍ਰੈ ਗੁਣ ਆਪੇ ਸਿਰਜਿਆਨ ਮਾਇਆ ਮੋਹ ਵਧਾਇਆ। ਹੁਣ ਤ੍ਰੈ ਗੁਣਾਂ ਦਾ ਭੇਦ ਜੇ ਅਸੀਂ ਲਈਏ ਤੇ ਪਾਤਸ਼ਾਹ ਦੱਸਦੇ ਹਨ ਕਿ ਇਹ ਸਭ ਜਿਹੜੀ ਮਾਇਆ ਇਹ ਤ੍ਰੈ ਗੁਣ ਨੇ, ਤਿੰਨ ਤਰ੍ਹਾਂ ਦੇ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਇਹ ਤਿੰਨਾਂ ਤਰ੍ਹਾਂ ਦੇ ਵਿਚਾਰ ਜਿਹੜਾ ਏ ਉਹ ਸਾਡਾ ਮਨ ਲਈ ਜਾਂਦਾ ਏ
ਤੇ ਜਿਸ ਤਰ੍ਹਾਂ ਇੱਕ ਘੁੰਮਣ ਘੇਰੀ ਦੇ ਵਿੱਚ ਫਸਿਆ ਹੁੰਦਾ ਆ ਕੋਈ ਵੀ ਜੀਵ, ਕੋਈ ਆਕਾਰ, ਤੇ ਉਹ ਨਿਕਲਣਾ ਔਖਾ ਹੈ। ਤੇ ਪਾਤਸ਼ਾਹ ਦੱਸਦੇ ਨੇ ਕਿ ਇਸੇ ਤਰ੍ਹਾਂ ਹੀ ਤ੍ਰੈ ਗੁਣਾਂ ਦੀ ਘੁੰਮਣ ਘੇਰੀ ਵਿੱਚ ਜਦੋਂ ਇੱਕ ਵਾਰ ਮਨ ਬੱਚਾ ਫਸ ਜਾਂਦਾ ਹੈ ਤੇ ਫਿਰ ਇਹਦੇ ਵਾਸਤੇ ਨਿਕਲਣਾ ਔਖਾ। ਸਾਨੂੰ ਸਮਝਾਉਣਾ ਕੀਤਾ ਹੋਇਆ ਤ੍ਰੈ ਗੁਣਾਂ ਦੇ ਬਾਰੇ ਕਿ ਰਜ ਗੁਣ, ਤਮ ਗੁਣ, ਸਤ ਗੁਣ ਕਹੀਐ, ਇਹ ਤੇਰੀ ਸਭ ਮਾਇਆ। ਇਹ ਤਿੰਨ ਤਰ੍ਹਾਂ ਦੇ ਗੁਣ, ਰਜੋਗੁਣ ਜਿਹਦੇ ਵਿੱਚ ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾਵਾਂ, ਸੰਸੇ, ਫਿਕਰ, ਚਿੰਤਾਵਾਂ, ਸਤੋਗੁਣ ਜਿਹਦੇ ਵਿੱਚ ਦਇਆ, ਨਿਮਰਤਾ, ਸਹਿਨਸ਼ੀਲਤਾ, ਤਮੋਗੁਣ ਜਿਹਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਾ, ਚੁਗਲੀ, ਦਵੈਤ, ਇਹ ਸਭ ਦੇ ਵਿਚਾਰ ਆ ਜਾਂਦੇ ਨੇ। ਇਹ ਸਾਰੇ ਹੀ ਤ੍ਰੈ ਗੁਣ ਨੇ। ਹੁਣ ਇਹਨਾਂ ਦੇ ਵਿੱਚੋਂ ਆਪਾਂ ਇਹਨਾਂ ਤ੍ਰੈ ਗੁਣਾਂ ਦੇ ਵਿੱਚ ਰਹਿੰਦੇ ਆ, ਕੁਝ ਹੱਦ ਤੱਕ ਸਾਡੇ ਲਈ ਜ਼ਰੂਰੀ ਵੀ ਨੇ, ਕਿਉਂਕਿ ਪਾਤਸ਼ਾਹ ਨੇ ਦੱਸਿਆ ਸਤੋਗੁਣ ਦਾ ਜਿਹੜਾ ਰਸਤਾ ਹੈ ਉਹ ਲਿਵ ਦਾ ਰਸਤਾ ਹੈ। ਉਹ ਲਿਵ ਦੇ ਰਸਤੇ ਅਸੀਂ ਦਇਆ, ਨਿਮਰਤਾ, ਸਹਿਨਸ਼ੀਲਤਾ ਵਾਲੇ ਗੁਣ ਅਪਣਾ ਕੇ ਆਪਣੇ ਘਰ ਤੱਕ ਜਾਣਾ ਹੈ, ਨਿਜ ਮਹਿਲ ਤੱਕ ਜਾਣਾ ਹੈ। ਪਰ ਹੁਣ ਇੱਥੇ ਸਤੋਗੁਣ ਦਾ ਜਦੋਂ ਅਸੀਂ ਵਿਚਰਨਾ ਹੈ ਤੇ ਉਹ ਵੀ ਸਤਿਗੁਰਾਂ ਦੀ ਮੱਤ ਦੇ ਅਨੁਸਾਰ ਵਿਚਰਨਾ ਹੈ, ਆਪਣੀ ਮੱਤ ਦੇ ਅਨੁਸਾਰ ਨਹੀਂ ਵਿਚਰਨਾ। ਆਪਣੀ ਮੱਤ ਦੇ ਅਨੁਸਾਰ ਆਪਾਂ ਕਿਵੇਂ ਵਿਚਰਦੇ ਆ? ਜਦੋਂ ਸਾਡੇ ਅੰਦਰ ਦਇਆ, ਨਿਮਰਤਾ, ਦਾਨ ਪੁੰਨ ਆਪਾਂ ਕਰਦੇ ਆ ਤੇ ਫਿਰ ਆਪਾਂ ਹਉਮੈ 'ਚ ਆ ਜਾਂਦੇ ਆ ਕਿ ਅੱਜ ਅਸੀਂ ਇੰਨਾ ਦਾਨ ਪੁੰਨ ਕੀਤਾ ਜਾਂ ਇੰਨੀ ਮਾਇਆ ਖਰਚ ਕੀਤੀ ਹੈ, ਮੇਰਾ ਦਿੱਤਾ ਹੀ ਇਹ ਜਿਹੜੇ ਲੋਕ ਨੇ ਉਹ ਖਾਂਦੇ ਪਏ ਨੇ। ਸੋ ਇਸ ਕਰਕੇ ਜਿੱਥੇ ਦਇਆ, ਨਿਮਰਤਾ ਪਾਤਸ਼ਾਹ ਨੇ ਦੱਸਿਆ ਹੈ ਕਿ ਉਹ ਜ਼ਰੂਰੀ ਹੈ, ਪਰ ਉਹ ਗੁਣ ਵੀ ਅਸੀਂ ਗੁਰੂ ਦੀ ਮੱਤ ਦੇ ਅਨੁਸਾਰ ਅਪਣਾਉਣੇ ਨੇ ਤਾਂ ਕਿ ਅਸੀਂ ਹਉਮੈ ਤੋਂ, ਦੁਬਿਧਾ ਤੋਂ, ਦਵੈਤ ਤੋਂ, ਨਿੰਦਾ ਤੋਂ, ਨਫ਼ਰਤ ਤੋਂ ਬਚੇ ਰਹੀਏ। ਤੇ ਪਾਤਸ਼ਾਹ ਸਮਝਾਉਣਾ ਕਰਦੇ ਨੇ, ਕਹਿੰਦੇ ਇਹ ਤ੍ਰੈ ਗੁਣ ਜਿਹੜੇ ਨੇ, ਤ੍ਰੈ ਗੁਣਾਂ ਦੀ ਘੁੰਮਣ ਘੇਰੀ ਜਿਹੜੀ ਹੈ ਸਾਨੂੰ ਇਸ ਤਰ੍ਹਾਂ ਆਪਣੇ ਅੰਦਰ ਫਸਾ ਲੈਂਦੀ ਏ ਕਿ ਸਾਡੀ ਜਿਹੜੀ ਇਹ ਮਾਤੀ ਮਾਰੀ ਜਾਂਦੀ। ਬਾਰ-ਬਾਰ ਸਾਨੂੰ ਜਨਮ ਮਰਨ ਦੇ ਵਿੱਚ ਆਉਣਾ ਪੈਂਦਾ ਏ, ਕੇਵਲ ਤੇ ਕੇਵਲ ਇਹ ਤ੍ਰੈ ਗੁਣਾਂ ਦੇ ਵਿੱਚ ਸਾਡਾ ਮਨ ਵਿਚਰਦਾ ਏ, ਇਹ ਤ੍ਰੈ ਗੁਣਾਂ ਦੀ ਨੀਂਦ ਤੋਂ ਉੱਠਦਾ ਨਹੀਂ ਏ। ਇਸ ਕਰਕੇ ਸਾਨੂੰ ਉਦਾਹਰਨ ਦਿੰਦੇ ਨੇ ਕਿ ਜਿਸ ਤਰ੍ਹਾਂ ਇੱਕ ਬਾਂਦਰ ਨੂੰ ਪਕੜਨ ਦੇ ਵਾਸਤੇ ਸ਼ਿਕਾਰੀ ਇੱਕ ਤੰਗ ਮੂੰਹ ਵਾਲੀ ਕੁੱਜੀ ਲੈ ਕੇ ਵਿੱਚ ਖਿੱਲਾਂ ਪਾ ਦਿੰਦਾ, ਉਹ ਬਾਂਦਰ ਜਿਹੜਾ ਇਹ ਲਾਲਚ ਵਸ ਆ ਕੇ ਖਿੱਲਾਂ ਖਾਣ ਦੇ ਵਾਸਤੇ ਜਦੋਂ ਤੰਗ ਕੁੱਜੀ ਦੇ ਵਿੱਚ ਹੱਥ ਪਾਉਂਦਾ ਏ ਤੇ ਲਾਲਚ ਆ ਹੁਣ ਕਿ ਅੰਦਰ ਵਾਲੀਆਂ ਖਿੱਲਾਂ ਜਿਹੜੀਆਂ ਨੇ ਉਹ ਸਾਰੀਆਂ ਮੈਂ ਫੜ ਲਵਾਂ। ਉਹ ਜਦੋਂ ਫੜਦਾ ਏ ਤੇ ਮੁੱਠੀ ਜਿਹੜੀ ਉਹ ਖੋਲਣੀ ਨਹੀਂ ਚਾਹੁੰਦਾ ਤੇ ਉਹ ਮੁੱਠੀ ਬਾਹਰ ਨਹੀਂ ਨਿਕਲਦੀ ਉਹ ਤੰਗ ਕੁੱਜੀ ਚੋਂ। ਫਿਰ ਕੀ ਕਰਦਾ ਏ ਉਹ ਬਾਂਦਰ ਜਿਹੜਾ ਏ, ਨਾ ਤੇ ਉਹ ਖਿੱਲਾਂ ਛੱਡਣੀਆਂ ਚਾਹੁੰਦਾ ਏ ਪਰ ਨਿਕਲਣਾ ਵੀ ਚਾਹੁੰਦਾ ਏ, ਚੀਕਾਂ ਮਾਰਦਾ ਏ ਕਿ ਮੈਨੂੰ ਇੱਥੋਂ ਕੋਈ ਛੁਟਕਾਰਾ ਦਿਵਾਵੇ। ਉਹੀ ਹਾਲ ਪਾਤਸ਼ਾਹ ਸਮਝਾਉਂਦੇ ਨੇ, ਕਹਿੰਦੇ ਕਾਲ ਨੇ ਸਾਡਾ ਕੀਤਾ ਏ। ਆਪਾਂ ਚਾਹੁੰਦੇ ਵੀ ਆ ਨਿਕਲਣਾ ਕਿ ਇਹ ਜਿਹੜਾ ਦੁੱਖ ਨੇ, ਇਹ ਸਾਨੂੰ ਜੋ ਰੋਗ ਲੱਗੇ ਆ ਨਿੰਦਾ ਦੇ, ਚੁਗਲੀ ਦੇ, ਨਫ਼ਰਤ ਦੇ, ਦਵੈਤ ਦੇ, ਇਹ ਸਾਰਿਆਂ ਤੋਂ ਆਪਾਂ ਛੁੱਟ ਜਾਈਏ, ਸਾਡੇ ਵੀ ਮਨ ਨੂੰ ਸ਼ਾਂਤੀ ਮਿਲੇ। ਪਰ ਜਿਵੇਂ ਬਾਂਦਰ ਨੇ ਲਾਲਚ ਵਸ ਉਹ ਜਿਹੜੀ ਮੁੱਠੀ ਨਹੀਂ ਖੋਲਦਾ, ਆਪਾਂ ਵੀ ਇਹ ਤ੍ਰੈ ਗੁਣਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ। ਸਾਨੂੰ ਉਦਾਹਰਨ ਦਿੱਤੀ ਏ, ਸਮਝਾਉਣਾ ਕੀਤਾ ਏ, ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ, ਛੂਟਨ ਕੋ ਸਹਸਾ ਭਰਿਆ ਮਨ ਬੌਰਾ ਰੇ, ਨਾਚਿਓ ਘਰ ਘਰ ਬਾਰ। ਕਿ ਅੰਤ ਕੀ ਕਰਦੇ ਨੇ, ਜਦੋਂ ਉਹ ਬਾਂਦਰ ਜਿਹੜਾ ਏ ਉਹ ਲਾਲਚ ਕਰ ਕਰਕੇ ਉਹ ਮੁੱਠੀ ਖੋਲਦਾ ਨਹੀਂ ਏ ਤੇ ਸ਼ਿਕਾਰੀ ਉਹਨੂੰ ਫੜ ਲੈਂਦਾ, ਫਿਰ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਉਹਦੇ ਤੋਂ ਗਲੀਆਂ ਦੇ ਵਿੱਚ ਜਾ ਜਾ ਕੇ ਘਰ-ਬਾਰਾਂ ਦੇ ਅੱਗੇ ਆ ਕੇ ਤਮਾਸ਼ੇ ਕਰਾਉਂਦਾ। ਸੋ ਇਹੀ ਹਾਲਤ ਸਾਡੀ ਹੈ, ਸਾਰੀ ਉਮਰ ਅਸੀਂ ਤ੍ਰੈ ਗੁਣਾਂ ਦਾ ਪੱਲਾ ਛੱਡਦੇ ਨਹੀਂ ਆ, ਪਰ ਆਪਾਂ ਨਿਕਲਣਾ ਵੀ ਚਾਹੁੰਦੇ ਆ, ਹਨਾ। ਆਪਾਂ ਕਹਿ ਵੀ ਦਿੰਦੇ ਆ ਕਿ ਆਪਾਂ ਗੁਰੂ ਘਰ ਜਾਣਾ ਚਾਹੁੰਦੇ ਆ, ਆਪਾਂ ਬਾਣੀ ਪੜ੍ਹਨਾ ਚਾਹੁੰਦੇ ਆ, ਪਰ ਸਾਡੇ ਕੋਲ ਟਾਈਮ ਨਹੀਂ ਹੈਗਾ, ਸਾਡੇ ਆਹ ਕੰਮਕਾਰ ਸਾਨੂੰ ਨਿਕਲਣ ਨਹੀਂ ਦਿੰਦੇ। ਕੰਮਕਾਰਾਂ ਦਾ ਵੀ ਲਾਲਚ ਆਪਾਂ ਕਰਦੇ ਆ, ਹਰ ਚੀਜ਼ ਦਾ ਆਪਾਂ ਲਾਲਚ ਕਰਦੇ ਆ, ਸਿਵਾਏ ਸਿਮਰਨ ਅਭਿਆਸ ਕਰਨ ਦਾ ਤੇ ਬਾਣੀ ਪੜਨ ਦਾ, ਕੀਰਤਨ ਸਰਵਨ ਕਰਨ ਦਾ ਲਾਲਚ ਆਪਾਂ ਨਹੀਂ ਕਰਦੇ। ਸੋ ਇਸੇ ਤਰ੍ਹਾਂ ਕੀ ਹੁੰਦਾ ਏ, ਅਖੀਰਲਾ ਸਮਾਂ ਸਾਡਾ ਵੀ ਆ ਜਾਂਦਾ ਏ ਤੇ ਉਹ ਕਾਲ ਕੀ ਕਰਦਾ ਏ, ਜਿਸ ਤਰ੍ਹਾਂ ਬਾਂਦਰ ਨੂੰ ਸ਼ਿਕਾਰੀ ਲੈ ਜਾਂਦਾ ਏ ਤੇ ਫਿਰ ਨਚਾਉਂਦਾ ਏ, ਉਸੇ ਤਰ੍ਹਾਂ ਇਹ ਕਾਲ ਜਿਹੜਾ ਆ ਸਾਨੂੰ ਵੀ 1 ਜੂਨ 'ਚ, ਫਿਰ ਦੂਸਰੀ 'ਚ, ਤੀਸਰੀ 'ਚ, ਬਸ ਇਹ ਖੇਡ ਜਿਹੜਾ ਏ ਉਹ ਨਚਾਈ ਜਾਂਦਾ ਏ। ਮਹਾਰਾਜ ਦੱਸਦੇ, ਕਹਿੰਦੇ ਤ੍ਰੈ ਗੁਣਾਂ ਵਾਲੇ ਜਿਹੜਾ ਮਨੁੱਖ ਏ ਉਹਦੀ ਹਾਲਤ ਕੀ ਹੁੰਦੀ ਏ, ਤ੍ਰੈ ਗੁਣ ਰੋਵਹਿ ਨੀਤਾ ਨੀਤ, ਕਿ ਸਾਰੀ ਉਮਰ ਇਹ ਜਿਹੜਾ ਤ੍ਰੈ ਗੁਣੀਆਂ ਏ ਉਹਦੀ ਉਮਰ ਰੋਂਦਿਆਂ ਹੀ ਲੰਘ ਜਾਂਦੀ ਏ।
ਪਾਤਸ਼ਾਹ ਸਮਝਾਉਂਦੇ ਨੇ, ਕਹਿੰਦੇ ਜਿਹਨੂੰ ਇਹ ਤ੍ਰੈਗੁਣਾ ਦਾ ਰੋਗ ਲੱਗ ਗਿਆ, ਤ੍ਰੈਗੁਣਾ 'ਚ ਜਿਹੜਾ ਫਸ ਗਿਆ ਏ, ਉਹ ਜਨਮ ਮਰਨ ਦੇ ਚੱਕਰ ਵਿੱਚ ਬਾਰ-ਬਾਰ ਪਵੇਗਾ। ਸਾਨੂੰ ਸਮਝਾਉਣਾ ਕਰਦੇ ਨੇ, ਤ੍ਰੈਗੁਣ ਵਿਖਿਆ ਜਨਮ ਰੀਚੇ। ਹੁਣ ਦੱਸਿਆ ਹੈ ਕਿ ਅੰਤ ਦੇ ਸਮੇਂ ਜਿਹੜਾ ਸਾਡੇ ਧਿਆਨ ਦੀ ਸਾਰੀ ਗੇਮ ਏ, ਜੇ ਸਾਡਾ ਧਿਆਨ ਅਸੀਂ ਰਜੋਗੁਣੀ ਜਿਹੜੀ ਆ ਪੰਡਾਂ ਜ਼ਿਆਦਾ ਚੁੱਕੀਆਂ ਨੇ, ਸਾਰੀ ਉਮਰ ਰਜੋਗੁਣੀ ਵਿਚਾਰ ਜਿਹੜੇ ਨੇ ਉਹ ਆਪਾਂ ਜ਼ਿਆਦਾ ਲਏ ਨੇ, ਉਹਦੀ ਪੰਡ ਸਾਡੀ ਭਾਰੀ ਏ, ਤੇ ਉਹਦੇ ਅਨੁਸਾਰ ਹੀ ਸਾਡਾ ਜਿਹੜਾ ਜਨਮ ਏ ਅਗਲਾ ਉਹ ਨਿਰਧਾਰਿਤ ਕਰ ਦਿੱਤਾ ਜਾਂਦਾ ਹੈ। ਜੇ ਅਸੀਂ ਸਤੋਗੁਣੀ ਵਿਚਾਰ ਜ਼ਿਆਦਾ ਲਏ ਨੇ, ਸਤੋਗੁਣੀ ਪੰਡਾਂ ਚੁੱਕੀ ਰੱਖੀਆਂ ਵਿਚਾਰਾਂ ਦੀਆਂ, ਤੇ ਸਾਨੂੰ ਆਕਾਸ਼ ਲੋਕ ਦੇ ਨਿਵਾਸੀ ਬਣਾ ਦਿੱਤਾ ਜਾਂਦਾ ਹੈ। ਜੇ ਅਸੀਂ ਰਜੋਗੁਣ ਦੇ ਜ਼ਿਆਦਾ ਫੁਰਨੇ ਲਿੱਤੇ ਆ, ਉਹਦੀ ਪੰਡ ਜਿਹੜੀ ਹੈ ਸਾਡੀ ਜ਼ਿਆਦਾ ਹੈ ਸਾਡੇ ਕੋਲ, ਕਿਉਂਕਿ ਸਵਾਸਾਂ ਦੇ ਨਾਲ ਆਪਾਂ ਸੌਦਾ ਕਰਨਾ ਹੈ, ਪੰਡਾਂ ਬੰਨਣੀਆਂ ਨੇ। ਆਪਾਂ ਦੇਖਣਾ ਹੈ ਕਿ ਜੇ ਆਪਾਂ ਰਜੋਗੁਣ ਦੀ ਜ਼ਿਆਦਾ ਬੰਨ ਲਈਏ ਤੇ ਪਾਤਸ਼ਾਹ ਦੱਸਦੇ ਨੇ ਸਾਨੂੰ ਭੂਮ ਲੋਕ ਦੇ ਨਿਵਾਸੀ, ਜੇ ਤਮੋਗੁਣ ਦੀ ਪੰਡ ਜ਼ਿਆਦਾ ਉਧਰ ਸਵਾਸ ਖਰਚ ਕਰ ਲਏ ਤੇ ਸਾਨੂੰ ਪਤਾਲ ਲੋਕ ਦੇ ਨਿਵਾਸੀ ਬਣਾ ਦਿੱਤਾ ਜਾਂਦਾ ਹੈ। ਸੋ ਇਸੇ ਤਰ੍ਹਾਂ ਹੀ ਮਹਾਰਾਜ ਦੱਸਦੇ, ਕਹਿੰਦੇ ਅੰਤ ਸਮੇਂ ਜਿਹੜਾ ਤੁਹਾਡਾ ਧਿਆਨ ਆ ਫਿਰ ਜਿੱਧਰ ਚਲਾ ਗਿਆ ਆ ਉਹ ਵੀ ਤੁਹਾਡੀ ਜੂਨ ਨਿਰਧਾਰਿਤ ਕਰੇਗਾ। ਜਿਵੇਂ ਗੁਰਬਾਣੀ ਗੁਰੂ ਦੇ ਵਿੱਚ ਫਰਮਾਨ ਕੀਤਾ ਹੋਇਆ, ਸਾਨੂੰ ਬੜਾ ਖੁੱਲ ਕੇ ਤੇ ਬੜੇ ਸਰਲ ਤਰੀਕੇ ਨਾਲ ਦੱਸ ਦਿੱਤਾ, ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਮਰੈ ਸਰਪ ਜੋਨ ਵੱਲ ਵੱਲ ਉਤਰੇ। ਸਮਾਰਾ ਸਮਝਾਉਂਦੇ ਨੇ ਕਿ ਜੇ ਅਖੀਰਲੇ ਸਵਾਸ ਤੇ ਸਾਡਾ ਧਿਆਨ ਜਿਹੜਾ ਏ ਆਪਣੀ ਦੌਲਤ ਦੇ ਵਿੱਚ ਚਲਾ ਗਿਆ ਏ ਤੇ ਸਾਨੂੰ ਅਗਲਾ ਜਿਹੜਾ ਜਨਮ ਏ ਉਹ ਸਰਪ ਦਾ ਮਿਲੇਗਾ। ਫਿਰ ਅੱਗੇ ਫਰਮਾਨ ਕਰਦੇ ਨੇ, ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਮਰੈ ਬੇਸਵਾ ਜੋਨ ਵੱਲ ਵੱਲ ਉਤਰੇ। ਜੇ ਅੰਤ ਸਮੇਂ ਅੰਤਲੇ ਸਵਾਸ ਤੇ ਸਾਡਾ ਧਿਆਨ ਆਪਣੀ ਇਸਤਰੀ ਜਾਂ ਮਰਦ ਵੱਲ ਚਲਾ ਗਿਆ ਤੇ ਸਾਨੂੰ ਇੱਕ ਵਾਰ ਨਹੀਂ, ਮਹਾਰਾਜ ਦੱਸਦੇ ਨੇ ਕਿ ਬਾਰ-ਬਾਰ ਬੇਸਵਾ ਦੀ ਜੂਨ 'ਚ ਆਣਾ ਪਵੇਗਾ। ਇਸੇ ਸ਼ਬਦ 'ਚ ਪਾਤਸ਼ਾਹ ਸਮਝਾਉਣਾ ਕਰਦੇ ਹਨ, ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਮਰੈ ਸੂਕਰ ਜੋਨ ਵੱਲ ਵੱਲ ਉਤਰੇ। ਅੰਤ ਸਮੇਂ ਸਾਡਾ ਧਿਆਨ ਆਪਣੇ ਧੀਆਂ ਪੁੱਤਰਾਂ ਵੱਲ ਚਲਾ ਗਿਆ ਤੇ ਸਾਨੂੰ ਸੂਰ ਦੀ ਜੋਨ ਦੇ ਵਿੱਚ ਜਿਹੜਾ ਏ ਉਹ ਆਣਾ ਪਵੇਗਾ। ਪਾਤਸ਼ਾਹ ਸਮਝਾਉਂਦੇ ਨੇ ਫਿਰ ਐਸੇ ਹੀ ਸ਼ਬਦ ਦੇ ਵਿੱਚ, ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਮਰੈ ਪ੍ਰੇਤ ਜੋਨ ਵੱਲ ਵੱਲ ਉਤਰੇ। ਕਿ ਜੇ ਅਖੀਰਲੇ ਸਵਾਸ ਤੇ ਅਖੀਰਲੇ ਦਮ ਤੇ ਸਾਡਾ ਜਿਹੜਾ ਧਿਆਨ ਏ ਆਪਣੇ ਮੰਦਰਾਂ ਵੱਲ ਚਲਾ ਗਿਆ, ਆਪਣੇ ਘਰ ਵੱਲ ਚਲਾ ਗਿਆ ਤੇ ਸਾਨੂੰ ਪ੍ਰੇਤ ਦੀ ਜੋਨ 'ਚ ਆਣਾ ਪਵੇਗਾ। ਹੁਣ ਕੇਵਲ ਤੇ ਕੇਵਲ ਜੂਨਾਂ ਤੋਂ ਉਹੀ ਮੁਕਤ ਹੋ ਸਕਦਾ ਹੈ ਜਿਹੜਾ ਅੰਤ ਸਮੇਂ ਪਰਮਾਤਮਾ ਨੂੰ, ਅਕਾਲ ਪੁਰਖ ਨੂੰ ਯਾਦ ਕਰ ਲੈਂਦਾ ਹੈ। ਮਹਾਰਾਜ ਸਮਝਾਉਣਾ ਕਰਦੇ ਨੇ, ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਮਰੈ ਬਦਤ ਤਿਲੋਚਨ ਤੇ ਨਰ ਮੁਕਤਾ ਪਿਤੰਬਰ ਵਾਕੇ ਹਿਰਦੈ ਬਸੈ। ਅੰਤਲੇ ਸਮੇਂ ਜਿਹੜਾ ਨਾਰਾਇਣ ਦਾ, ਹਰੀ ਦਾ ਸਿਮਰਨ ਕਰ ਲੈਂਦਾ ਏ, ਉਸ ਨੂੰ ਯਾਦ ਕਰ ਲੈਂਦਾ ਏ, ਉਹ ਉਹਦਾ ਹੀ ਰੂਪ ਹੋ ਜਾਂਦਾ ਏ। ਮਹਾਰਾਜ ਦੱਸਦੇ ਨੇ, ਕਹਿੰਦੇ ਤ੍ਰੈਗੁਣ ਵਾਲਾ ਜਿਹੜਾ ਮਨੁੱਖ ਏ ਉਹ ਕਿਤੇ ਵੀ ਨਾ ਤੇ ਉਹ ਤਨ ਕਰਕੇ ਇੱਕ ਜਗ੍ਹਾ ਤੇ ਟਿਕ ਸਕਦਾ ਏ ਤੇ ਨਾ ਹੀ ਉਹ ਮਨ ਦੇ ਕਰਕੇ ਇੱਕ ਜਗ੍ਹਾ ਤੇ ਟਿਕੇਗਾ। ਗੁਰਬਾਣੀ ਗੁਰੂ ਸਮਝਾਉਣਾ ਕਰਦੇ ਹਨ, ਇੰਦਰੀ ਦਸੇ ਦਸੇ ਫੁਨ ਤਾਵਤ ਤ੍ਰੈਗੁਣੀਆਂ ਖਿਨ ਨਾ ਟਿਕਾਵੈ ਗੋ। ਸੁਮਾਰਾ ਸਮਝਾਉਂਦੇ ਹਨ ਕਿ ਉਹਦੀਆਂ 10 ਦੀਆਂ 10 ਇੰਦਰੀਆਂ, ਕਰਮ ਇੰਦਰੀਆਂ, ਗਿਆਨ ਇੰਦਰੀਆਂ 10 ਦਿਸ਼ਾਵਾਂ ਵਿੱਚ ਘੁੰਮਦੀਆਂ ਫਿਰਨਗੀਆਂ। ਫਿਰ ਤ੍ਰੈਗੁਣੀ ਮਨੁੱਖ ਜਿਹੜਾ ਏ ਉਹਦੀ ਨਿਸ਼ਾਨੀ ਦੱਸੀਏ, ਮਹਾਰਾਜ ਦੱਸਦੇ, ਕਹਿੰਦੇ ਉਹਨੂੰ ਹੀ ਸਭ ਤੋਂ ਜ਼ਿਆਦਾ ਤਨ ਦੇ ਤੇ ਮਨ ਦੇ ਰੋਗ ਲੱਗਣਗੇ। ਸੋ ਤ੍ਰੈਗੁਣਾ 'ਚ ਫਸੇ ਮਨੁੱਖ ਲਈ ਗੁਰਬਾਣੀ ਗੁਰੂ ਫਰਮਾਨ ਕਰਦੇ ਹਨ, ਤ੍ਰੈਗੁਣ ਸਭੇ ਰੋਗ ਵਿਆਪੇ ਮਮਤਾ ਸੁਰਤ ਗਵਾਈ। ਇਸ ਤਰ੍ਹਾਂ ਪਾਤਸ਼ਾਹ ਦੇ ਅਨੁਸਾਰ ਤ੍ਰੈਗੁਣਾ ਵਿੱਚ ਫਸੇ ਮਨ ਨੂੰ ਤਨ ਦੇ ਰੋਗ ਤੇ ਮਨ ਦੇ ਰੋਗ ਲੱਗਦੇ ਨੇ। ਤਨ ਦੇ ਰੋਗਾਂ ਦੀ ਪਰਥਾਈ ਗੁਰਬਾਣੀ ਗੁਰੂ ਦਾ ਫਰਮਾਨ ਹੈ, ਖਸਮ ਵਿਸਾਰ ਕੀਏ ਰਸ ਭੋਗ ਤਾ ਤਨ ਊਠ ਖਲੋਏ ਰੋਗ। ਤੇ ਮਨ ਦੇ ਰੋਗਾਂ ਦੀ ਪਰਥਾਈ ਭਾਈ ਗੁਰਦਾਸ ਜੀ ਸਮਝਾਉਣਾ ਕਰਦੇ ਹਨ, ਉਦਾਹਰਨਾਂ ਦੇ ਦੇ ਕੇ, ਗੱਜ ਮ੍ਰਿਗ ਮੀਨ ਪਤੰਗ ਅਲ ਇਕਤ ਇਕਤ ਰੋਗ ਪਚੰਦੇ।
ਭਾਈ ਸਾਹਿਬ ਜੀ ਦੇ ਅਨੁਸਾਰ ਹਾਥੀ ਨੂੰ, ਮਿਰਗ ਨੂੰ, ਮੱਛੀ ਨੂੰ, ਪਤੰਗੇ ਨੂੰ ਤੇ ਭਵਰੇ ਨੂੰ ਇੱਕ ਇੱਕ ਰੋਗ ਏ। ਇਸ ਇੱਕ ਇੱਕ ਰੋਗ ਦੇ ਕਰਕੇ ਹੀ ਜਾਂ ਤੇ ਉਹ ਆਪਣਾ ਸਾਰਾ ਜੀਵਨ ਜਿਹੜਾ ਏ ਉਹ ਗਵਾ ਦਿੰਦੇ ਨੇ, ਜਾਂ ਫਿਰ ਸ਼ਿਕਾਰੀ ਦੇ ਹੱਥ ਤੇ ਚੜ ਕੇ ਸ਼ਿਕਾਰੀ ਦੇ ਇਸ਼ਾਰਿਆਂ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਨੇ। ਉਦਾਹਰਨ ਦੇ ਵਿੱਚ ਸਮਝਾਉਂਦੇ ਹਨ ਕਿ ਜਿਵੇਂ ਹਾਥੀ ਨੂੰ ਕਾਮ ਦਾ ਰੋਗ ਏ ਤੇ ਸ਼ਿਕਾਰੀ ਕੀ ਕਰਦਾ ਏ, ਇੱਕ ਟੋਆ ਪੁੱਟ ਕੇ ਉਹਦੇ ਉੱਪਰ ਜਾਲ ਵਿਛਾ ਦਿੰਦਾ ਤੇ ਕਾਗਜ਼ ਦੀ ਹੱਥਨੀ ਜਿਹੜੀ ਬਣਾ ਕੇ ਖੜੀ ਕਰ ਦਿੰਦਾ। ਹੁਣ ਕਾਮ ਵਸ ਹੋਇਆ ਹਾਥੀ ਜਿਹੜਾ ਜਦੋਂ ਹੱਥਨੀ ਦੇ ਵੱਲ ਭੱਜਦਾ ਏ ਤੇ ਉਹਨੂੰ ਰਸਤੇ 'ਚ ਜਿਹੜਾ ਟੋਇਆ ਏ ਉਹਦੀ ਸੋਝੀ ਨਹੀਂ ਰਹਿੰਦੀ ਤੇ ਉਹਦੇ ਵਿੱਚ ਡਿੱਗ ਕੇ ਜਾਲ 'ਚ ਫਸ ਕੇ ਸ਼ਿਕਾਰੀ ਦੇ ਕਾਬੂ ਆ ਜਾਂਦਾ। ਫਿਰ ਦੂਸਰੀ ਉਦਾਹਰਨ ਦਿੰਦੇ ਹਨ ਕਿ ਜਦੋਂ ਮਿਰਗ ਨੂੰ ਫੜਨਾ ਹੁੰਦਾ ਏ ਤੇ ਸ਼ਿਕਾਰੀ ਜਿਹੜਾ ਏ ਉਹ ਨਾਦ ਵਜਾਉਂਦਾ ਏ ਤੇ ਮਿਰਗ ਉਸ ਨਾਦ ਦੀ ਧੁਨ ਤੇ ਮਸਤ ਹੋ ਕੇ ਲੇਟੇ ਮਾਰਨੇ ਸ਼ੁਰੂ ਕਰ ਦਿੰਦਾ ਤੇ ਸ਼ਿਕਾਰੀ ਦੇ ਹੱਥ 'ਚ ਆ ਜਾਂਦਾ, ਕਿਉਂਕਿ ਮਿਰਗ ਨੂੰ ਜਿਹੜਾ ਏ ਉਹ ਕੰਨ ਦਾ ਰਸ ਜਿਹੜਾ ਏ, ਕੰਨ ਦਾ ਰੋਗ ਲੱਗਾ ਏ। ਹੁਣ ਤੀਸਰੀ ਉਦਾਹਰਨ ਵਿੱਚ ਦੱਸਦੇ ਹਨ ਕਿ ਜਿਹੜੀ ਮਛਲੀ ਏ ਉਹਨੂੰ ਜੀਭਾ ਦਾ ਸਵਾਦ ਦਾ ਜਿਹੜਾ ਰੋਗ ਏ ਉਹ ਲੱਗਾ ਏ ਤੇ ਸ਼ਿਕਾਰੀ ਜਦੋਂ ਕੁੰਡੀ ਦੇ ਅੱਗੇ ਰੋਟੀ ਜਾਂ ਬ੍ਰੈਡ ਦੀ ਬੁਰਕੀ ਲਗਾ ਕੇ ਜਦੋਂ ਪਾਣੀ ਵਿੱਚ ਪਾਉਂਦਾ ਏ ਤੇ ਉਹ ਮਛਲੀ ਜਿਹੜੀ ਏ ਉਹ ਖਾਣ ਦੇ ਵਾਸਤੇ ਆਪਣੇ ਗਲੇ 'ਚ ਕੁੰਡੀ ਫਸਾ ਕੇ ਹਮੇਸ਼ਾ ਲਈ ਸ਼ਿਕਾਰੀ ਦੇ ਹੱਥ ਆ ਜਾਂਦੀ ਤੇ ਆਪਣੀ ਜਾਨ ਗਵਾ ਦਿੰਦੀ। ਪਤੰਗੇ ਨੂੰ ਇਹਨਾਂ ਅੱਖਾਂ ਦਾ ਰੋਗ ਲੱਗਾ ਏ, ਉਹ ਰੋਸ਼ਨੀ ਦੇ ਵੱਲ ਮਸਤ ਹੋਇਆ ਦੇਖਦਾ ਏ, ਸੁਹੱਪਨ ਨੂੰ ਦੇਖਦਾ ਏ ਤੇ ਜਦੋਂ ਉਹ ਰੋਸ਼ਨੀ ਦੇ ਵੱਲ ਜਾਂਦਾ ਏ ਤੇ ਰੋਸ਼ਨੀ ਉਹਨੂੰ ਜਲਾ ਕੇ ਸੁਆਹ ਕਰ ਦਿੰਦੀ ਏ। ਅਗਲੀ ਉਦਾਹਰਨ ਦੱਸਦੇ ਨੇ ਕਿ ਭਵਰੇ ਨੂੰ ਨੱਕ ਦਾ ਖੁਸ਼ਬੂ ਦਾ ਰੋਗ ਲੱਗਾ ਏ ਤੇ ਉਹ ਜਦੋਂ ਫੁੱਲ ਦੇ ਵਿੱਚ ਬੈਠਦਾ ਏ ਸੁਗੰਧੀ ਲੈਣ ਲਈ ਤੇ ਉਹਨੂੰ ਇੰਨੀ ਸੋਝੀ ਨਹੀਂ ਰਹਿੰਦੀ ਕਿ ਹੁਣ ਜਿਹੜੀ ਹੈ ਸ਼ਾਮ ਦਾ ਵੇਲਾ ਹੋ ਗਿਆ ਤੇ ਸ਼ਾਮ ਨੂੰ ਉਹ ਫੁੱਲ ਨੇ ਬੰਦ ਹੋ ਜਾਣਾ, ਫਿਰ ਉਹ ਵਿੱਚੇ ਹੀ ਬੰਦ ਹੋ ਜਾਂਦਾ ਤੇ ਜਦੋਂ ਸਵੇਰ ਨੂੰ ਫਿਰ ਸੂਰਜ ਦੇ ਚੜ੍ਹਨ ਨਾਲ ਫੁੱਲ ਖਿੜਦਾ ਏ, ਕਮਲ ਦਾ ਫੁੱਲ, ਤੇ ਵਿੱਚ ਭੌਰਾ ਜਿਹੜਾ ਏ ਉਹ ਮਰਿਆ ਪਿਆ ਹੁੰਦਾ ਏ। ਸੋ ਸਮਝਾਉਣਾ ਕਰਦੇ ਕਹਿੰਦੇ ਇਹ ਪੰਜੇ ਜਿਹੜੇ ਜੀਵ ਨੇ ਇੱਕ ਇੱਕ ਰੋਗ ਦੇ ਕਰਕੇ ਇਹਨਾਂ ਦਾ ਇਹ ਹਾਲ ਤੇ ਅੱਗੇ ਫਰਮਾਨ ਕਰਦੇ ਹਨ, ਮਾਨਸ ਦੇਹੀ ਪੰਜ ਰੋਗ ਪੰਜੇ ਦੂਤ ਕਸੂਤ ਕਰੰਦੇ, ਕਿ ਮਨੁੱਖ ਦਾ ਕੀ ਹਾਲ ਹੋਏਗਾ ਜਿਹਦੇ ਅੰਦਰ ਇਹ ਪੰਜ ਦੇ ਪੰਜ ਰੋਗ ਨੇ ਤੇ ਨਾਲ ਪੰਜ ਜਿਹੜੇ ਦੂਤ ਨੇ ਉਹ ਚੰਬੜੇ ਪਏ ਨੇ। ਸੋ ਇਸ ਤਰ੍ਹਾਂ ਪਾਤਸ਼ਾਹ ਗੁਰਬਾਣੀ ਗੁਰੂ ਦੇ ਵਿੱਚ ਸਾਰੀ ਹੀ ਤ੍ਰੈ ਗੁਣੀਆਂ ਦੀ ਹਾਲਤ ਜਿਹੜੀ ਹੈ ਉਹ ਬਿਆਨ ਕਰਦੇ ਨੇ ਤੇ ਫਿਰ ਦੱਸਦੇ ਨੇ ਨਾਲ ਹੀ ਦੀ ਨਾਲ ਹੀ ਇਹ ਤ੍ਰੈ ਗੁਣਾ ਤੋਂ ਨਿਰਲੇਪ ਰਹਿਣ ਦੇ ਬਾਰੇ ਵੀ ਉਦਾਹਰਨਾਂ ਦਿੰਦੇ ਨੇ, ਕਿਉਂਕਿ ਮਾਇਆ ਦੇ ਦੇਸ਼ ਦੇ ਵਿੱਚ ਆ ਕੇ ਅਸੀਂ ਇਹ ਤ੍ਰੈ ਗੁਣਾ ਦੇ ਵਿੱਚ ਵਿਚਰਦੇ ਆ ਤੇ ਸਾਨੂੰ ਉਦਾਹਰਨਾਂ ਦੇ ਕੇ ਦੱਸਦੇ ਨੇ ਕਿ ਕਿਸ ਤਰ੍ਹਾਂ ਅਸੀਂ ਵਿਚਰਨਾ ਹੈ। ਜਿਸ ਤਰ੍ਹਾਂ ਕਮਲ ਦਾ ਫੁੱਲ ਜਿਹੜਾ ਹੈ ਉਹ ਚਿੱਕੜ ਦੇ ਵਿੱਚ ਰਹਿੰਦਿਆਂ ਵੀ ਚਿੱਕੜ ਤੋਂ ਉੱਪਰ ਉੱਠ ਕੇ ਜਿਹੜਾ ਖਿਲਦਾ ਹੈ। ਤੇ ਦੂਸਰੀ ਉਦਾਹਰਨ ਦਿੰਦੇ ਨੇ ਕਿ ਜਿਸ ਤਰ੍ਹਾਂ ਮੁਰਗਾਈ ਜਿਹੜੀ ਏ ਉਹ ਪਾਣੀ ਦੇ ਵਿੱਚੋਂ ਆਪਣਾ ਸ਼ਿਕਾਰ ਜਿਹੜਾ ਏ ਉਹ ਫੜਦੀ ਏ ਤੇ ਜਦੋਂ ਉੱਡਦੀ ਏ ਤੇ ਇਸ ਤਰ੍ਹਾਂ ਉੱਡਦੀ ਏ ਕਿ ਉਹਦੀ ਖੰਭ ਤੇ ਇੱਕ ਬੂੰਦ ਵੀ ਪਾਣੀ ਦੀ ਨਾਲ ਜਿਹੜੀ ਉਹ ਨਹੀਂ ਲੈ ਕੇ ਜਾਂਦੀ। ਬਿਲਕੁਲ ਉਸੇ ਤਰ੍ਹਾਂ ਹੀ ਅਸੀਂ ਇਸ ਮਾਇਆ ਦੇ ਦੇਸ਼ 'ਚ ਇਹ ਤ੍ਰੈ ਗੁਣਾ ਦੇ ਵਿੱਚ ਆਉਂਦੇ ਆ ਆਪਣਾ ਚੋਗਾ ਚੁਗਣ ਲਈ, ਆਪਣਾ ਤਨ ਭਰਨ ਲਈ, ਕਮਾਈ ਕਰਨ ਲਈ, ਤੇ ਜਦੋਂ ਅਸੀਂ ਰਾਤ ਨੂੰ ਜਾਣਾ ਹੈ ਆਪਣੇ ਦੇਸ਼ ਵਾਪਸ ਤੇ ਉਹ ਮੁਰਗਾਈ ਦੇ ਵਾਂਗ ਜਾਣਾ ਹੈ। ਕੋਈ ਵੀ ਇਥੋਂ ਦਾ ਵਿਚਾਰ ਫੁਰਨਾ ਇਹ ਰਜੋਗੁਣ, ਤਮੋਗੁਣ ਜਾਂ ਸਤੋਗੁਣ ਦਾ ਫੁਰਨਾ ਲੈ ਕੇ ਨਹੀਂ ਜਾਣਾ। ਪਾਤਸ਼ਾਹ ਸਮਝਾਉਣਾ ਕਰਦੇ ਹਨ, ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈ ਸਾਨੇ, ਸੁਰਤ ਸਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਨੇ, ਕਿ ਆਪਣੀ ਸੁਰਤੀ ਦੇ ਵਿੱਚ ਅਸੀਂ ਇਹ ਤ੍ਰੈ ਗੁਣਾਂ ਨੂੰ ਛੱਡ ਕੇ ਕੇਵਲ ਤੇ ਕੇਵਲ ਸੁਰਤੀ ਜਿਹੜੀ ਏ ਉਹ ਸ਼ਬਦ ਦੇ ਨਾਲ ਜਦੋਂ ਅਸੀਂ ਜੋੜਾਂਗੇ ਤੇ ਇਹ ਜਿਹੜਾ ਭਵ ਸਾਗਰ ਏ, ਇਹ ਬਿਖਮ ਸਾਗਰ, ਅਗਨ ਸਾਗਰ ਏ, ਤ੍ਰੈ ਗੁਣ ਨੇ ਇਹ ਸਾਡੇ ਤਰੇ ਜਾਣਗੇ। ਪਾਤਸ਼ਾਹ ਸਮਝਾਉਂਦੇ ਹਨ ਕਿ ਜਦੋਂ ਸਤਿਗੁਰ ਰੂਪੀ ਜਹਾਜ਼ ਨੂੰ ਅਸੀਂ ਦੇਖਾਂਗੇ, ਉਹ ਜਹਾਜ਼ ਦੇ ਵਿੱਚ ਬੈਠਾਂਗੇ ਤੇ ਇਹ ਜਿਹੜੇ ਅਗਨ ਰੂਪੀ ਸਾਗਰ ਨੇ ਇਹ ਅਸੀਂ ਤਰ ਲਵਾਂਗੇ। ਮਹਾਰਾਜ ਸਮਝਾਉਣਾ ਕਰਦੇ ਨੇ, ਕਿਉ ਤਰੀਐ ਵਿਖਿਆ ਸੰਸਾਰ ਸਤਿਗੁਰ ਬੋਹਿਥ ਪਾਵੈ ਪਾਰ। ਹੁਣ ਸਾਨੂੰ ਗੁਰੂ ਨਾਨਕ ਦੇ ਘਰ ਦੇ ਭਗਤੀ ਦਾ ਮਾਰਗ ਦੱਸ ਦਿੱਤਾ ਹੈ ਕਿ ਅਸੀਂ ਇਹ ਤ੍ਰੈ ਗੁਣਾ ਤੋਂ ਅਤੀਤ ਹੋ ਕੇ ਚੌਥੇ ਪਦ 'ਚ ਵਿਚਰਨਾ।
ਜਿੱਥੇ ਕੋਈ ਫੁਰਨਾ ਨਹੀਂ ਹੈ। ਜਦੋਂ ਅਸੀਂ ਇਹ ਫੁਰਨਿਆਂ ਨੂੰ ਛੱਡ ਦੇਵਾਂਗੇ ਤੇ ਉਹ ਤੁਰੀਆ ਅਵਸਥਾ ਦੇ ਵਿੱਚ ਚਲੇ ਜਾਵਾਂਗੇ, ਅਫੁਰ ਅਵਸਥਾ 'ਚ ਚਲੇ ਜਾਵਾਂਗੇ। ਤੇ ਪਾਤਸ਼ਾਹ ਦੱਸਦੇ ਕਹਿੰਦੇ ਉੱਥੋਂ ਹੀ ਸਾਡੀ ਭਗਤੀ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਸਾਨੂੰ ਬਾਰ-ਬਾਰ ਸਮਝਾਉਂਦੇ ਨੇ ਕਿ ਇਹ ਤ੍ਰੈ ਗੁਣਾ ਤੋਂ ਤੁਸੀਂ ਅਤੀਤ ਹੋ ਜਾਓ ਤੇ ਚੌਥੇ ਦੇ ਵਿੱਚ ਜਿਹੜੀ ਹੈ ਆਪਣੀ ਲਿਵ ਜਿਹੜੀ ਹੈ, ਆਪਣਾ ਧਿਆਨ, ਆਪਣੀ ਸੁਰਤੀ ਜਿਹੜੀ ਹੈ ਉਹ ਲਗਾ ਲਓ। ਸਮਝਾਉਣਾ ਕਰਦੇ ਮਹਾਰਾਜ, ਤ੍ਰੈ ਗੁਣਾ ਵਿੱਚ ਸਹਿਜ ਨਾ ਪਾਈਐ, ਤ੍ਰੈ ਗੁਣ ਭਰਮ ਭੁਲਾਏ, ਪੜੀਐ ਗੁਣੀਐ ਕਿਆ ਕਥੀਐ, ਜਾਂ ਮੁੰਡੋ ਕੁੱਥਾ ਜਾਏ, ਚੌਥੇ ਪਦ ਮੈਂ ਸਹਿਜ ਹੈ, ਗੁਰਮੁਖ ਪੱਲੇ ਪਾਏ। ਸੋ ਪਾਤਸ਼ਾਹ ਸਾਨੂੰ ਬਾਰ-ਬਾਰ ਸਮਝਾਉਂਦੇ ਹਨ ਕਿ ਜਦੋਂ ਅਸੀਂ ਇਹ ਗੁਰਮੰਤਰ ਦਾ ਅਭਿਆਸ ਕਰਾਂਗੇ, ਇਹ ਸਿਮਰਨ ਅਭਿਆਸ ਕਰਾਂਗੇ, ਆਪਣੀ ਧੁਨ 'ਚ ਧਿਆਨ ਰੱਖਾਂਗੇ, ਕੋਈ ਵਿਚਾਰ ਜਾਂ ਫੁਰਨਾ ਨਹੀਂ ਆਏਗਾ ਤੇ ਅਸੀਂ ਤੁਰੀਆ ਅਵਸਥਾ ਦੇ ਵਿੱਚ ਚਲੇ ਜਾਵਾਂਗੇ। ਇਹ ਤ੍ਰੈ ਗੁਣਾ ਤੋਂ ਅਤੀਤ ਹੋ ਜਾਵਾਂਗੇ। ਤੇ ਸਿਮਰਨ ਦਾ ਤਰੀਕਾ ਸਾਨੂੰ ਸਮਝਾਣਾ ਕੀਤਾ ਹੈ ਕਿ ਅਸੀਂ ਸਾਸ ਗਰਾਸ ਜਿਹੜਾ ਉਹ ਸਿਮਰਨ ਕਰਨਾ ਹੈ। ਜਿਵੇਂ ਸਵਾਸ ਅੰਦਰ ਜਾਂਦਾ ਹੈ ਅਸੀਂ ਵਾਹੇ ਸ਼ਬਦ ਦਾ ਉਚਾਰਨ ਕਰਨਾ ਹੈ, ਤੇ ਜਿਵੇਂ ਸਵਾਸ ਬਾਹਰ ਆਉਂਦਾ ਹੈ ਅਸੀਂ ਗੁਰੂ ਸ਼ਬਦ ਦਾ ਉਚਾਰਨ ਕਰਨਾ ਹੈ। ਨੇਤਰ ਬੰਦ ਕਰਕੇ ਧਿਆਨ ਜਿਹੜਾ ਹੈ ਉਹ ਆਪਣੀ ਧੁਨ ਵਿੱਚ ਰੱਖਣਾ ਹੈ। ਸੋ ਆਓ ਸਾਰੇ ਗੁਰਮੁਖ ਪਿਆਰੇ ਫਿਰ ਤੋਂ ਸ਼ੁਰੂ ਕਰੀਏ ਜੀ। ਵਾਹਿਗੁਰੂ 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 ਵਾਹਿਗੁਰੂ। ਸੋ ਗੁਰਮੁਖ ਪਿਆਰਿਓ, ਇੰਨੀ ਹੀ ਵਿਚਾਰ ਕਰਦਿਆਂ ਅਨੇਕ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਰੱਬ ਰੂਪੀ ਸੰਗਤ ਤੇ ਸਤਿਗੁਰੂ ਜੀ ਬਖਸ਼ਣ ਯੋਗ ਹੋ ਬਖਸ਼ ਲੈਣਾ ਜੀ। ਅਸੀਂ ਅਤੀ ਧੰਨਵਾਦੀ ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ। ਨਾਲ ਹੀ ਅਤੀ ਧੰਨਵਾਦੀ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਟੀਚਰ ਸਾਹਿਬਾਨ ਭਾਈ ਸਾਹਿਬ ਭਾਈ ਸੇਵਾ ਸਿੰਘ ਧਰਮਾਲਾ ਜੀ ਤੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਧਰਮਾਲਾ ਜੀ, ਜੋ ਇਹ ਸਾਰਾ ਅਕਥ ਦਾ ਗਿਆਨ ਸਾਨੂੰ ਬੜੇ ਹੀ ਸਰਲ ਅਰਥਾਂ ਵਿੱਚ ਸਮਝਾ ਰਹੇ ਹਨ। ਸੋ ਇੱਕ ਵਾਰ ਫਿਰ ਤੋਂ ਖਿਮਾ ਦੇ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।